प्यारे बच्चों, ਅੱਜ ਦੇ ਲੈਕਚਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ। ਲਾਸਟ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਡਿਸਟੈਂਸ ਤੇ ਡਿਸਪਲੇਸਮੈਂਟ ਬਾਰੇ ਅਸੀਂ ਕੰਪਲੀਟ ਇਨਫੋਰਮੇਸ਼ਨ ਲਈ ਸੀ। ਆਈ ਹੋਪ ਕਿ ਤੁਸੀਂ ਉਹ ਲੈਕਚਰ ਜਿਹੜਾ ਹੈ ਅਟੈਂਡ ਕੀਤਾ ਹੋਵੇਗਾ। ਨਾਓ ਡਿਸਟੈਂਸ ਕੀ ਸੀਗਾ? ਦੈਟ ਇਜ਼ ਦਾ ਟੋਟਲ ਲੈਂਥ ਆਫ ਪਾਥ ਕਵਰਡ from one point to another ਤੇ displacement is the shortest way। ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਜਿਹੜਾ ਜਾਣ ਦਾ ਛੋਟਾ ਰਸਤਾ ਹੁੰਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ displacement। displacement ਪੋਜ਼ਿਟਿਵ ਨੈਗੇਟਿਵ ਤੇ ਜ਼ੀਰੋ ਹੋ ਸਕਦੀ ਹੈ, ਬਟ distance ਜਿਹੜਾ ਹੈ ਹਮੇਸ਼ਾ ਹੀ ਜਿਹੜਾ ਸਾਡਾ ਪੋਜ਼ਿਟਿਵ ਹੁੰਦਾ ਹੈ। distance is a scalar physical quantity, ਕੋਈ ਇਹਦੀ ਡਾਇਰੈਕਸ਼ਨ ਨਹੀਂ ਹੈ, बट डिसप्लेसमेंट जिहड़ा है इट इज अ वैक्टर फिजिकल क्वांटिटी। ਇਹਦੀ एक पर्टिकुलर जिहड़ी है डायरेक्शन हुंदी है। किधर ਨੂੰ ਹੁੰਦੀ है? इनिशियल पोजीशन तो फाइनल पोजीशन वाले पासे जिहड़ी ਉਹਦੀ डायरेक्शन ਨੂੰ ਅਸੀਂ पॉइंट करते हैं। नाउ in today's lecture we are going to discuss first of all numerical on distance and displacement। ਪਹਿਲਾਂ ਤੇ ਅਸੀਂ ਇੱਕ ਨੂਮੈਰੀਕਲ ਜਿਹੜਾ ਸੋਲਵ ਕਰਾਂਗੇ ਡਿਸਟੈਂਸ ਤੇ ਡਿਸਪਲੇਸਮੈਂਟ ਦੇ ਉੱਪਰ, ਤਾਂ ਜੋ ਸਾਨੂੰ ਦੋਨਾਂ ਦੇ ਵਿੱਚ ਜਿਹੜਾ ਹੈ ਕਲੀਅਰ ਡਿਫਰੈਂਸ ਹੋ ਜਾਏ। ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇਹ ਦੋ ਟਰਮਸ ਜਿਹੜੀਆਂ ਨਾਲ ਅਸੀਂ ਡਿਸਕਸ ਕਰਾਂਗੇ, ਸਪੀਡ ਐਂਡ ਵੈਲੋਸਿਟੀ। ਸਪੀਡ ਉਹਦੀਆਂ ਗਾਂ ਟਾਈਪਸ, ਵੈਲੋਸਿਟੀ ਤੇ ਉਹਦੀ ਜਿਹੜੀਆਂ ਗਾਂ ਟਾਈਪਸ ਅਸੀਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਨਾਓ ਫਸਟ ਆਫ ਆਲ ਕਮ ਟੂ ਦਾ ਨੂਮੈਰੀਕਲ। मैं ਨੂਮੈਰੀਕਲ ਦੀ ਜਿਹੜੀ ਹੈ ਸਟੇਟਮੈਂਟ ਨਹੀਂ ਲਿਖੀ, ਮੈਂ ਤੁਹਾਨੂੰ ਜਸਟ ਸਮਝਾਉਣ ਲੱਗਾ। ਇੱਕ ਬਾਡੀ ਹੈ ਜਿਹੜੀ ਸਰਕੂਲਰ ਪਾਥ ਦੇ ਵਿੱਚ ਜਿਹੜਾ ਹੈ ਉਹ ਮੂਵ ਕਰ ਰਹੀ ਹੈ। ਬਾਡੀ ਜਿਹੜੀ ਹੈ ਸਰਕੂਲਰ ਪਾਥ ਵਿੱਚ ਮੂਵ ਕਰ ਰਹੀ ਹੈ ਤੇ ਜਿਹੜਾ ਉਸ ਦਾ ਜਿਹੜਾ ਰੇਡੀਅਸ ਹੈ ਉਹ ਸਾਡੇ ਕੋਲ ਹੈਗਾ ਸਮਾਲ r। ਦਿਸ ਇਜ਼ ਅ ਰੇਡੀਅਸ। ਤੇ ਬਾਡੀ ਜਿਹੜੀ ਹੈ ਸਾਡੀ ਸਪੋਜ਼ A ਪੁਆਇੰਟ ਤੋਂ ਉਹਨੇ ਸਟਾਰਟ ਕੀਤੀ ਤੇ ਐਂਟੀ ਕਲੌਕਵਾਈਜ਼ ਜਿਹੜਾ ਹੈ ਉਹ ਸਰਕੂਲਰ ਪਾਥ ਦੇ ਵਿੱਚ ਜਿਹੜੀ ਹੈ ਉਹ ਮੂਵ ਕਰਨਾ ਉਹਨੇ ਸਟਾਰਟ ਕਰ ਦਿੱਤਾ। ਨਾਓ ਕੁਐਸਚਨ ਕੀ ਹੈ? ਵੀ ਹੈਵ ਟੂ ਫਾਈਂਡ, ਇੱਕ ਤੇ ਆਪਾਂ ਨੂੰ ਡਿਸਟੈਂਸ ਦੱਸਣਾ ਹੈ, ਇੱਕ ਮੈਨੂੰ ਜਿਹੜਾ ਹੈ ਡਿਸਪਲੇਸਮੈਂਟ ਬਾਰੇ ਜਿਹੜਾ ਹੈ ਦੱਸਣਾ ਹੈ। ਹੁਣ ਮੈਂ ਪੁੱਛਣ ਲੱਗਾ, ਪਹਿਲਾਂ ਅਸੀਂ ਗਏ A ਤੋਂ B। ਪਹਿਲਾ ਕੁਐਸਚਨ ਹੈ ਡਿਸਟੈਂਸ ਲੱਭੋ ਤੇ ਡਿਸਪਲੇਸਮੈਂਟ ਅਸੀਂ ਫਾਈਂਡ ਕਰਨਾ ਹੈ। ਹਾਂਜੀ, ਕਿੱਥੋਂ ਕਿੱਥੋਂ ਤੱਕ? A ਤੋਂ ਲੈ ਕੇ B ਤੱਕ। ਸਿਰਫ A ਤੋਂ B ਤੱਕ ਕਿੰਨਾ ਡਿਸਟੈਂਸ ਹੋਏਗਾ ਤੇ ਕਿੰਨਾ ਜਿਹੜਾ ਹੈ ਡਿਸਪਲੇਸਮੈਂਟ ਹੋਏਗਾ। ਨਾਓ ਪਲੀਜ਼ ਸੀ, ਜਦੋਂ ਅਸੀਂ A ਤੋਂ B ਜਾਂਦੇ ਹਾਂ, ਐਕਚੁਅਲੀ ਬਾਡੀ ਜਿਹੜੀ ਹੈ ਉਹ ਹੈ ਸਰਕਲ ਦੇ ਵਿੱਚ ਜਾ ਰਹੀ ਹੈ, ਕਰਵਡ ਪਾਥ ਰਾਹੀਂ ਜਾ ਰਹੀ ਹੈ ਤੇ ਡਿਸਟੈਂਸ ਹੁੰਦਾ ਹੈ ਐਕਚੁਅਲ ਪਾਥ ਕਵਰਡ। ਇਹਦਾ ਮਤਲਬ ਦੈਟ ਐਕਚੁਅਲ ਪਾਥ, ਕਿਉਂਕਿ ਬਾਡੀ ਜਿਹੜੀ ਹੈ ਕਰਵ ਦੇ ਵਿੱਚ ਮੂਵ ਕਰ ਰਹੀ ਹੈ, ਸਰਕਲ ਦੇ ਵਿੱਚ ਮੂਵ ਕਰ ਰਹੀ ਹੈ। A ਤੋਂ B ਤੇ ਜਾਣ ਵਾਲਾ ਜਿਹੜਾ ਐਕਚੁਅਲ ਪਾਥ ਹੈ ਦੈਟ ਵਿਲ ਬੀ ਯੂਅਰ ਡਿਸਟੈਂਸ। ਇਹ ਸਾਡਾ ਜਿਹੜਾ ਹੋ ਗਿਆ ਡਿਸਟੈਂਸ ਹੋਏਗਾ। ਨਾਓ ਇਹ ਵਾਲਾ ਪਾਥ ਕਿਸ ਤਰ੍ਹਾਂ ਨਿਕਾਲੀਏ? ਸਾਨੂੰ ਪਤਾ ਹੈ ਕਿ ਟੋਟਲ ਸਰਕਲ ਦਾ ਜਿਹੜਾ ਹੈ ਜਿਹਨੂੰ ਅਸੀਂ ਬੋਲਦੇ ਹਾਂ ਸਰਕਮਫਰੈਂਸ, ਇਹ ਟੋਟਲ ਜਿਹੜੀ ਲੈਂਥ ਹੈ ਜਿਹਨੂੰ ਸਰਕਮਫਰੈਂਸ ਕਿਹਾ ਜਾਂਦਾ ਹੈ, ਇਹਦੀ ਵੈਲਿਊ ਹੁੰਦੀ ਹੈ ਸਾਡੇ ਕੋਲ 2πr। ਦਿਸ ਇਜ਼ ਦਾ ਟੋਟਲ ਲੈਂਥ ਆਫ ਪਾਥ ਕਵਰਡ ਬਾਈ ਦਾ ਬਾਡੀ। ਜੇ ਬਾਡੀ A ਤੋਂ ਤੁਰੇ, ਉਸ ਤੋਂ ਬਾਅਦ ਘੁੰਮਦੀ ਘੁੰਮਦੀ ਦੁਬਾਰਾ A ਤੇ ਆ ਜੇ, ਇਹਦਾ ਮਤਲਬ ਉਹਨੇ ਇੰਨਾ ਡਿਸਟੈਂਸ ਕਵਰ ਕਰਨਾ ਹੈ। ਬਟ ਅਸੀਂ ਪੁੱਛ ਰਹੇ ਹਾਂ A ਤੋਂ B, ਤੇ A ਤੋਂ B ਜਿਹੜਾ ਹੈ ਇਟ ਇਜ਼ ਦਾ ਫੋਰਥ ਪਾਰਟ। ਇਹ ਚੌਥਾ ਹਿੱਸਾ ਹੈ। 1 2 3 4 ਇਹ ਚੌਥਾ ਹਿੱਸਾ ਹੈਗਾ ਸਾਡੇ ਸਰਕਮਫਰੈਂਸ ਦਾ। ਇਹਦਾ ਮਤਲਬ ਜਿਹੜਾ ਸਾਡਾ ਜਿਹੜਾ ਡਿਸਟੈਂਸ ਹੋਏਗਾ, ਡਿਸਟੈਂਸ ਵਿਲ ਬੀ ਗਿਵਨ ਬਾਈ, ਸਾਡਾ ਡਿਸਟੈਂਸ ਕਿੰਨਾ ਆਏਗਾ? ਡਿਸਟੈਂਸ ਕਿੱਥੋਂ ਲੈ ਕੇ ਕਿੱਥੋਂ ਤੱਕ? ਫਰੋਮ A to B will be equal to, ਇਹਨੂੰ ਕੀ ਕਰਾਂਗੇ? ਇਹ ਟੋਟਲ ਨੂੰ ਅਸੀਂ 4 ਨਾਲ ਜਿਹੜਾ ਹੈ ਥੱਲੇ ਡਿਵਾਈਡ ਕਰ ਦਾਂਗੇ, ਕਟਿੰਗ ਹੋ ਕੇ
ਸਾਡੇ ਕੋਲ ਆ ਜਾਏਗਾ 1/2 pi r. Now this is the distance covered by the body from A to B. Now ਹੁਣ ਅਸੀਂ ਨਿਕਾਲਣਾ ਹੈ ਡਿਸਪਲੇਸਮੈਂਟ ਵੀ ਨਿਕਾਲਣੀ ਹੈ ਨਾਲ ਹੀ. Now displacement from A to B. ਹੁਣ ਅਸੀਂ ਡਿਸਪਲੇਸਮੈਂਟ ਕਿਸ ਤਰ੍ਹਾਂ ਨਿਕਾਲਾਂਗੇ? ਡਿਸਪਲੇਸਮੈਂਟ ਬਾਰੇ ਅਸੀਂ ਕੱਲ ਪੜਿਆ ਸੀ ਕਿ ਇਟ ਇਜ਼ ਦਾ ਸ਼ਾਰਟੈਸਟ ਸਟ੍ਰੇਟ ਪਾਥ. ਸਿੱਧਾ ਰਸਤਾ ਹੁੰਦਾ ਹੈ A ਤੋਂ B ਤੱਕ. ਕੀ ਕਰਾਂਗੇ? ਪਹਿਲਾਂ ਅਸੀਂ ਇੱਕ ਐਰੋ ਦੇ ਨਾਲ, ਇੱਕ ਸਟ੍ਰੇਟ ਲਾਈਨ ਦੇ ਨਾਲ ਇਹਨੂੰ ਅਸੀਂ ਜੁਆਇਨ ਕਰਾਂਗੇ. that is our displacement. ਇਹ ਐਕਚੁਅਲ ਪਾਥ ਹੈ, ਬਟ ਇਨੀਸ਼ੀਅਲ ਤੋਂ ਫਾਈਨਲ ਪੋਜੀਸ਼ਨ ਤੇ ਪਹੁੰਚਣ ਦਾ ਜਿਹੜਾ ਸਿੱਧਾ ਰਸਤਾ ਹੈ ਉਹਨੂੰ ਅਸੀਂ ਬੋਲਦੇ ਹਾਂ ਡਿਸਪਲੇਸਮੈਂਟ. ਇਹਦਾ ਮਤਲਬ ਜੇ ਅਸੀਂ ਇਸ AB ਵੈਕਟਰ ਦਾ ਮੈਗਨੀਟਿਊਡ ਕੱਢ ਲਈਏ, ਇਹਦਾ ਜੇ ਮੈਗਨੀਟਿਊਡ ਕੱਢ ਲਾਂਗੇ ਤੇ ਸਾਨੂੰ ਜਿਹੜੀ ਹੈ ਡਿਸਪਲੇਸਮੈਂਟ ਪਤਾ ਲੱਗ ਜਾਏਗੀ. ਨਾਓ ਹੁਣ ਇਸ ਵੈਕਟਰ ਦਾ ਮੈਗਨੀਟਿਊਡ ਕਿਵੇਂ ਕੱਢੀਏ? ਨਾਓ ਡਿਸਪਲੇਸਮੈਂਟ ਆਫ ਦੀ ਬਾਡੀ ਫਰੋਮ A to B ਇਕੁਅਲ ਟੂ ਮੈਗਨੀਟਿਊਡ ਕਾਹਦਾ ਕੱਢਾਂਗੇ? ਹਾਂਜੀ, AB ਵੈਕਟਰ ਦਾ. ਆ ਜਿਹੜਾ ਡਿਸਪਲੇਸਮੈਂਟ ਵੈਕਟਰ ਹੈ ਇਹਦਾ ਮੈਗਨੀਟਿਊਡ ਵੈਲਿਊ ਫਾਈਂਡ ਕਰੋ. ਸਾਡੇ ਕੋਲ ਜਿਹੜੀ ਹੈ ਉਹ ਡਿਸਪਲੇਸਮੈਂਟ ਆ ਜਾਏਗੀ. ਨਾਓ ਕਿਸ ਤਰ੍ਹਾਂ ਫਾਈਂਡ ਕਰੋਗੇ? ਯੂ ਆਰ ਸੀਇੰਗ ਹੇਅਰ ਰਾਈਟ ਐਂਗਲ ਟ੍ਰਾਈਐਂਗਲ. ਸਾਡੇ ਕੋਲ ਇੱਥੇ ਦੇਖੋ ਰਾਈਟ ਐਂਗਲ ਟ੍ਰਾਈਐਂਗਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ. ਇਸ ਰਾਈਟ ਐਂਗਲ ਟ੍ਰਾਈਐਂਗਲ ਦੇ ਵਿੱਚ ਅਸੀਂ ਇਹਨੂੰ ਜੇ ਦੇਖਦੇ ਹਾਂ ਤੇ ਸਾਡਾ ਹਾਈਪੋਟੇਨਿਊਸ ਹੈ. ਅਸੀਂ ਇੱਥੇ ਪਾਇਥਾਗੋਰਸ ਥਿਊਰਮ ਲਗਾ ਕੇ ਇਹਨੂੰ ਫਾਈਂਡ ਕਰਾਂਗੇ. ਆ ਸਾਡਾ ਰੇਡੀਅਸ ਹੈ ਤੇ ਇਧਰੋਂ ਵੀ ਸਾਡਾ ਰੇਡੀਅਸ ਹੀ ਹੈ. ਇਹਦਾ ਮਤਲਬ ਸਾਡੇ ਕੋਲ ਜਿਹੜਾ ਹੈ ਹਾਈਪੋਟੇਨਿਊਸ ਕਿੰਨਾ ਆਏਗਾ? it will be equal to base square plus perpendicular square ਦਾ ਅੰਡਰ ਰੂਟ. ਇਹਨਾਂ ਦੋਨਾਂ ਦਾ ਸਕੁਅਰ ਕਰਕੇ ਪਲੱਸ ਕਰਕੇ ਉਦੋਂ ਤੇ ਆਪਾਂ ਸਕੁਅਰ ਰੂਟ ਪਾ ਲਿਆ. ਨਾਓ it will be equal to 2r square ਅੰਡਰ ਰੂਟ. ਤੇ ਬਟ r ਸਕੁਅਰ ਦਾ ਜਿਹੜਾ ਹੈ ਬਾਹਰ ਆ ਜਾਏਗਾ r ਤੇ ਨਾਲ ਤੁਹਾਡੇ ਕੋਲ ਆ ਜਾਏਗਾ ਅੰਡਰ ਰੂਟ 2. ਨਾਓ this is the displacement from A to B. ਦੇਖੋ ਦੋਨਾਂ ਦੀ ਵੈਲਿਊ 'ਚ ਫਰਕ ਹੈ. डिस्टेंस ते डिस्प्लेसमेंट. ए एक्चुअल पाथ ते ओ साडा जेड़ा आ गया शॉर्टेस्ट पाथ फ्रॉम A to B. एक सीधा रस्ता होंदा जेड़ा पहुंचण दा. नाउ इस तो बाद ए तुहानू क्लियर. हुण अगला जेड़ा पार्ट है, हुण पुछिया डिस्टेंस फ्रॉम A to C. हुण असी A तो लैके C तक जेड़ा है डिस्टेंस फाइंड करना है. A to C डिस्टेंस फाइंड करो. नाउ A ਤੋਂ C ਤੱਕ, ਕਿਉਂਕਿ ਐਕਚੁਅਲੀ ਅਸੀਂ ਸਰਕਲ ਦੇ ਵਿੱਚ ਮੂਵ ਕਰ ਰਹੇ ਹਾਂ. ਆ ਸਾਡਾ ਐਕਚੁਅਲ ਪਾਥ ਹੈ, ਟੋਟਲ ਲੈਂਥ ਆਫ ਪਾਥ. ਇਹ ਕਿੰਨਾ ਹੋ ਗਿਆ? ਸਰਕਮਫਰੈਂਸ ਦਾ ਹਾਫ ਹੋ ਗਿਆ. ਇਹਦਾ ਮਤਲਬ ਡਿਸਟੈਂਸ ਕਿੰਨਾ ਆਏਗਾ? 2 pi r divided by 2. It will be equal to pi r. This is the distance from A to B. ਇਹ ਤੇ ਕਲੀਅਰ ਹੋ ਗਿਆ. ਨਾਓ ਸੈਕੰਡ ਜਿਹੜਾ ਕੁਐਸਚਨ ਹੈ ਨਾਲ ਅਸੀਂ ਹੁਣ ਡਿਸਪਲੇਸਮੈਂਟ ਵੀ ਲੱਭਣੀ ਹੈ. ਹਾਂਜੀ, ਕਿੱਥੋਂ ਲੱਭਣੀ ਹੈ ਡਿਸਪਲੇਸਮੈਂਟ? ਫਰੋਮ A ਤੋਂ ਲੈ ਕੇ C ਤੱਕ ਅਸੀਂ ਡਿਸਪਲੇਸਮੈਂਟ ਵੀ ਫਾਈਂਡ ਕਰਨੀ ਹੈ. ਨਾਓ ਡਿਸਪਲੇਸਮੈਂਟ ਕਿਵੇਂ ਲੱਭਣੀ ਹੈ? ਪਹਿਲਾਂ ਦੇਖੋ A ਪੁਆਇੰਟ, ਆ ਸਾਡਾ ਫਾਈਨਲ. ਸਿੱਧੀ ਤੁਸੀਂ ਇੱਕ ਲਾਈਨ ਦੇ ਨਾਲ ਇਹਨਾਂ ਨੂੰ ਜੁਆਇਨ ਕਰੋਗੇ. ਦਿਸ ਇਜ਼ ਆਵਰ ਡਿਸਪਲੇਸਮੈਂਟ. ਕਿਉਂਕਿ ਡਿਸਪਲੇਸਮੈਂਟ ਜਿਹੜੀ ਹੈ ਇਨੀਸ਼ੀਅਲ ਤੇ ਫਾਈਨਲ ਨੂੰ ਇੱਕ ਸਟ੍ਰੇਟ ਪਾਥ ਦੇ ਨਾਲ ਅਸੀਂ ਜੁਆਇਨ ਕਰ ਦਿੰਦੇ ਆ. Now this is our displacement ਤੇ ਇਹ ਸਾਡਾ ਬਣ ਗਿਆ ਡਾਇਆਮੀਟਰ. ਇਹਦਾ ਮਤਲਬ ਡਿਸਪਲੇਸਮੈਂਟ ਕਿਹਦੇ ਇਕੁਅਲ ਹੈ? ਡਾਇਆਮੀਟਰ. ਤੇ ਡਾਇਆਮੀਟਰ ਪਤਾ ਹੀ ਹੈ ਸਾਨੂੰ ਰੇਡੀਅਸ ਦਾ ਸਾਡਾ ਜਿਹੜਾ ਹੈ ਉਹ ਟਵਾਈਸ ਹੁੰਦਾ ਹੈ. ਇਹਦਾ ਮਤਲਬ ਸਾਡੀ ਡਿਸਪਲੇਸਮੈਂਟ A to C ਜਿਹੜੀ ਹੈ it will become 2r. Now ਇਸੇ ਤਰੀਕੇ ਨਾਲ ਅਸੀਂ C ਤੱਕ ਆ ਗਏ. ਹੁਣ ਅਸੀਂ A ਤੋਂ ਲੈ ਕੇ D ਤੱਕ. Now A to D, how to find out the distance? A ਤੋਂ D ਤੱਕ ਅਸੀਂ distance ਕਿਸ ਤਰ੍ਹਾਂ find ਕਰਾਂਗੇ? A ਤੋਂ ਲੈ ਕੇ D ਤੱਕ ਆ ਕਿੰਨਾ distance ਸੀਗਾ? ਇਹ 1/4 ਜਿਹੜਾ ਸੀਗਾ 1/2 pi r. ਇਹ ਵੀ 1/2 pi r. ਇਹ ਵੀ ਸਾਡੇ ਕੋਲ 1/2 pi r. ਇਹ ਟੋਟਲ ਸਰਕਲ ਦਾ 3/4 ਹੋ ਗਿਆ, ਕਿਉਂਕਿ 1 2 3 ਹਿੱਸੇ ਹੋ ਗਏ. ਕਿਉਂਕਿ ਟੋਟਲ ਕਿੰਨੇ ਹਿੱਸੇ ਆ? 1 2 3 4. ਸਰਕਲ ਨੂੰ 4 ਹਿੱਸੇ ਚ ਵੰਡਿਆ
ਤੇ ਅਸੀਂ ਕਿੰਨਾ ਲੈਣਾ ਹੈ 3/4 ਲਵਾਂਗੇ। ਇਹਦਾ ਮਤਲਬ ਸਾਡੇ ਕੋਲ ਜਿਹੜਾ ਹੈ डिस्टेंस कितना आएगा 3/4 ऑफ 2 पाई r, 2 ना इथों कैंसल, वी गेट 3/2 पाई r. This is our distance from A to D. Now what will be your displacement from A to D? A to D तो साडी displacement केड़ी होएगी? आ initial position, ए final है ਤੇ ਅਸੀਂ ਲਾਈਕ ਦਿਸ, ਫਿਰ ਅਸੀਂ ਇਸ ਤਰ੍ਹਾਂ ਹੀ ਜੋੜਾਂਗੇ। ਇਹ ਸਾਡੇ ਕੋਲ ਆ ਗਿਆ AD ਵੈਕਟਰ। ਇਹਦਾ ਜਿਹੜਾ ਹੈ ਅਸੀਂ ਮੈਗਨੀਟਿਊਡ ਨਿਕਾਲ ਲਵਾਂਗੇ ਕਿਉਂਕਿ ਇਹ ਇਨੀਸ਼ੀਅਲ ਹੈ, ਫਾਈਨਲ D ਤੇ ਆ। ਐਕਚੁਅਲੀ ਇਧਰੋਂ ਘੁੰਮ ਕੇ ਆਏ ਆ, ਉਹ ਡਿਸਟੈਂਸ ਵਾਸਤੇ ਹੁੰਦਾ ਹੈ ਤੇ ਡਿਸਪਲੇਸਮੈਂਟ ਵਾਸਤੇ ਦੇਖਣਾ ਹੁੰਦਾ ਇਨੀਸ਼ੀਅਲ ਕਿਹੜੀ ਆ ਤੇ ਫਾਈਨਲ ਕਿਹੜੀ। ਨਾਓ ਅਗੇਨ ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਦੇਖੋਗੇ ਸਾਡੇ ਕੋਲ ਅਗੇਨ ਜਿਹੜਾ √2r ਹੀ ਆਏਗਾ, ਜਿਸ ਤਰ੍ਹਾਂ ਅਸੀਂ ਪਾਈਥਾਗੋਰਸ ਥਿਊਰਮ ਪਹਿਲਾਂ ਲਗਾਈ। ਇੱਥੇ ਵੀ ਜਦੋਂ ਪਾਈਥਾਗੋਰਸ ਥਿਊਰਮ ਲਗਾਓਗੇ ਇਹਦਾ ਮੈਗਨੀਟਿਊਡ ਕੱਢ ਲਿਓ AD ਵੈਕਟਰ ਦਾ, ਉਹ ਸਾਡੇ ਕੋਲ ਆ ਜਾਏਗਾ √2r। ਨਾਓ ਦਿਸ ਇਜ਼ the distance and displacement from A to B, A to C, A to D. Now last ਜਿਹੜਾ ਇਹਦਾ ਪਾਰਟ ਹੈ, ਮੰਨ ਲਓ ਤੁਸੀਂ ਜਿਹੜਾ ਹੈ ਵਾਪਸ ਆ ਗਏ A ਤੋਂ ਤੁਰੇ ਘੁੰਮ ਕੇ ਅਸੀਂ ਵਾਪਸ ਜਿਹੜਾ ਹੈ A ਤੇ ਪਹੁੰਚ ਜਾਂਦੇ ਹਾਂ। ਜਦੋਂ ਅਸੀਂ A to A ਵਾਪਸ ਆ ਗਏ ਤੇ ਇਹਦਾ ਟੋਟਲ ਲੈਂਥ ਆਫ ਪਾਥ ਸਾਡਾ ਕਿੰਨਾ ਕਵਰ ਹੋਏਗਾ? ਉਹ ਹੋਏਗਾ ਸਿੰਪਲ ਸਾਡਾ 2 ਪਾਈ r, ਜਿਹੜਾ ਸਾਡਾ ਹੈਗਾ ਸਰਕਮਫਰੈਂਸ ਦੇ ਇਕੁਅਲ। ਤੇ ਜਦੋਂ ਅਸੀਂ A ਤੋਂ ਘੁੰਮ ਕੇ A ਪੁਆਇੰਟ ਤੇ ਵਾਪਸ ਹੀ ਆ ਗਏ, ਇਹ ਸਾਡੀ ਇਨੀਸ਼ੀਅਲ ਤੇ ਵਾਪਸ ਵੀ ਇੱਥੇ ਆ ਗਏ ਆ, ਉਹੀਓ ਸਾਡੀ ਫਾਈਨਲ। ਸਾਡੀ ਪੋਜੀਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਆਈ ਤੇ ਇਹਦਾ ਮਤਲਬ ਸਾਡਾ ਜਿਹੜਾ ਹੈ ਡਿਸਪਲੇਸਮੈਂਟ ਜਿਹੜਾ ਹੋਏਗਾ A to A that will be equal to 0। ਉਹ ਸਾਡਾ ਜਿਹੜਾ ਹੈ ਉਹ 0 ਦੇ ਇਕੁਅਲ ਹੋਏਗਾ। Now come to new topic। ਸਾਡੇ ਕੋਲ ਦੂਸਰਾ ਜਿਹੜਾ ਹੁਣ ਟੌਪਿਕ ਅਸੀਂ ਡਿਸਕਸ ਕਰਨ ਜਾ ਰਹੇ ਹਾਂ that is speed। ਇਹਦੇ ਬਾਰੇ ਜਿਹੜਾ ਹੈ ਅੱਜ ਅਸੀਂ ਡਿਸਕਸ ਕਰਾਂਗੇ। What is speed? Speed is the rate of change of position of an object with time in any direction। ਜਦੋਂ ਕੋਈ ਬੋਡੀ ਟਾਈਮ ਦੇ ਅਕੋਰਡਿੰਗ ਆਪਣੀ ਜਿਹੜੀ ਪੋਜੀਸ਼ਨ ਚੇਂਜ ਕਰਦੀ ਹੈ ਇਨ ਐਨੀ ਡਾਇਰੈਕਸ਼ਨ, that is called speed। It represents how fast a body is moving। ਸਪੀਡ ਤੋਂ ਪਤਾ ਲੱਗਦਾ ਹੈ ਕਿ ਕਿੰਨਾ ਫਾਸਟ ਜਿਹੜੀ ਹੈ ਬੋਡੀ ਆਪਣੀ ਪੋਜੀਸ਼ਨ ਜਿਹੜੀ ਹੈ ਚੇਂਜ ਕਰ ਰਹੀ ਹੈ ਇਨ ਐਨੀ ਡਾਇਰੈਕਸ਼ਨ। ਤੇ ਇਹਦੇ ਵਾਸਤੇ ਜਿਹੜੀ ਡੈਫੀਨੇਸ਼ਨ ਹੈ ਰੇਟ ਆਫ ਚੇਂਜ ਆਫ ਪੋਜੀਸ਼ਨ ਆਫ ਦੀ ਬੋਡੀ ਵਿਦ ਟਾਈਮ in any direction, it represent how fast the body is moving। ਤੇ ਸਪੀਡ ਨੂੰ ਅਸੀਂ ਜਿਹੜਾ ਹੈ v ਦੇ ਨਾਲ ਡਿਨੋਟ ਕਰਾਂਗੇ। v ਦਾ ਮਤਲਬ ਸਾਡੇ ਕੋਲ ਹੈ ਸਪੀਡ। ਜੇ ਇਹਦੇ ਉੱਤੇ ਤੁਸੀਂ ਵੈਕਟਰ ਪਾ ਦਿੱਤਾ ਇਹਦਾ ਮਤਲਬ ਹੈ it will become velocity। ਉਹ ਇਸ ਤੋਂ ਬਾਅਦ ਅਸੀਂ ਜਿਹੜਾ ਇਹਨੂੰ ਡਿਸਕਸ ਕਰਾਂਗੇ। now this is the speed, it is given by ਕੀ ਫਾਰਮੂਲਾ ਆਏਗਾ डिस्टेंस कवर्ड, जिन्ना उन्हें डिस्टेंस कवर किया डिवाइडेड बाय साडे कोल आ जाएगा टाइम टेकन। दिस इज द फॉर्मूला टू कैलकुलेट द स्पीड। स्पीड वास्ते ਅਸੀਂ देखना है किन्ना डिस्टेंस कवर होया, डिवाइड कर दांगे टाइम दे नाल। इनू पढ़दे की हां डिस्टेंस कवर्ड पर यूनिट टाइम, ਜਾਂ पढ़दे हां रेट ऑफ चेंज ऑफ पोजीशन ऑफ एन ऑब्जेक्ट with time in any direction। ਇਹਦੀ ਕੋਈ ਪਾਰਟਿਕੂਲਰ ਡਾਇਰੈਕਸ਼ਨ ਨਹੀਂ ਹੈ। ਡੇਲੀ ਲਾਈਫ ਵਿੱਚ ਜਿੰਨੀਆਂ ਵੀ ਆਬਜੈਕਟਸ ਮੂਵ ਕਰਦੀਆਂ ਤੁਹਾਨੂੰ ਪਤਾ ਹੈ ਕੋਈ ਕਿੱਧਰ ਜਾ ਰਹੀ ਹੈ ਕੋਈ ਕਿੱਧਰ ਜਾ ਰਹੀ ਹੈ, ਕਿਸੇ ਦੀ ਕੋਈ ਪਾਰਟਿਕੂਲਰ ਡਾਇਰੈਕਸ਼ਨ ਨਹੀਂ ਹੈ। ਉੱਥੇ ਅਸੀਂ ਇਹ ਵਰਡ ਜਿਹੜਾ ਮੋਸਟ ਆਫਨਲੀ ਆਪਾਂ ਇਹਨੂੰ ਯੂਜ਼ ਕਰਦੇ ਹਾਂ ਸਪੀਡ। ਨਾਓ ਸਪੀਡ ਜਿਹੜੀ ਹੈ ਇਟ ਇਜ਼ ਅ ਸਕੇਲਰ ਫਿਜ਼ੀਕਲ ਕੁਆਂਟੀਟੀ, ਕਿਉਂਕਿ ਡਿਸਟੈਂਸ ਹੈ, ਡਿਸਟੈਂਸ ਵੀ ਸਕੇਲਰ, टाइम भी स्केलर है। ਇਹਦਾ मतलब ਜਿਹੜੀ स्पीड है
ਇਹ ਵੀ ਸਾਡੀ ਜਿਹੜੀ ਹੈ ਸਾਡੇ ਕੋਲ ਸਕੇਲਰ ਫਿਜ਼ੀਕਲ ਕੁਆਂਟੀਟੀ ਹੈ, ਕੋਈ ਇਹਦੀ ਡਾਇਰੈਕਸ਼ਨ ਨਹੀਂ ਹੈ, ਕਦੀ ਵੀ ਇਹਦੇ ਉੱਤੇ ਵੈਕਟਰ ਨਹੀਂ ਪਾਣਾ। ਉਸ ਤੋਂ ਬਾਅਦ ਇਹਦਾ ਜਿਹੜਾ ਯੂਨਿਟ ਦੀ ਗੱਲ ਕਰੀਏ, ਐਸਆਈ ਯੂਨਿਟ ਇਹਦਾ ਅਸੀਂ ਆਲਰੇਡੀ ਬੜੀ ਵਾਰੀ ਡਿਸਕਸ ਕੀਤਾ ਹੈ, ਮੀਟਰ ਪਰ ਸੈਕੰਡ। ਤੇ ਜੇ ਇਹਦਾ ਡਾਇਮੈਂਸ਼ਨ ਫਾਰਮੂਲਾ ਲਿਖਦੇ ਆ m0l1t-1, ਦਿਸ ਇਜ਼ ਦਾ ਡਾਇਮੈਂਸ਼ਨਲ ਫਾਰਮੂਲਾ। ਇਹ ਆਲਰੇਡੀ ਤੁਸੀਂ ਸਾਰਾ ਕੁਝ ਡਿਸਕਸ ਕਰ ਚੁੱਕੇ। ਦਿਸ ਇਜ਼ ਦਾ ਸਪੀਡ। ਨਾਓ ਸਪੀਡ ਜਿਹੜੀ ਹੈ can never be negative because distance can never be negative। ਜੇ distance negative ਨਹੀਂ ਹੋ ਸਕਦਾ ਤੇ ਇਹਦਾ ਮਤਲਬ ਜਿਹੜੀ ਸਾਡੀ ਸਪੀਡ ਹੈ ਕਦੀ ਵੀ 네ਗੇਟਿਵ ਨਹੀਂ ਹੋਏਗੀ। ਜੇ ਬਾਡੀ ਰੁਕੀ ਹੋਈ ਹੈ, ਰੈਸਟ ਵਿੱਚ ਹੈ, ਫਿਰ ਅਸੀਂ ਕਹਾਂਗੇ ਜ਼ੀਰੋ ਹੈ। ਪਰ ਜੇ ਬਾਡੀ ਜਿੱਧਰ ਮਰਜ਼ੀ ਤੁਰੇ, ਕਿਉਂਕਿ ਇਹਦੀ ਕੋਈ ਡਾਇਰੈਕਸ਼ਨ ਨਹੀਂ ਹੈ, ਲੈਫਟ ਜਾਏ ਰਾਈਟ ਜਾਏ ਜਿੱਧਰ ਮਰਜ਼ੀ ਜਾਏ, ਅਸੀਂ ਕਹਾਂਗੇ ਕਿ ਬਾਡੀ ਦੀ ਕੁਛ ਨਾ ਕੁਛ ਸਪੀਡ ਹੈ, ਕਿਉਂਕਿ ਡਿਸਟੈਂਸ ਉਹਨੇ ਕਵਰ ਕਰ ਹੀ ਲੈਣਾ। ਨਾਓ ਸਪੀਡ ਇਜ਼ ਪੋਜ਼ਿਟਿਵ, ਸਪੀਡ ਸਾਡੀ ਪੋਜ਼ਿਟਿਵ, ਮੀਟਰ ਪਰ ਸੈਕਿੰਡ ਦਾ ਯੂਨਿਟ, ਸਕੇਲਰ ਫਿਜ਼ੀਕਲ ਹੈ ਜਿਹੜੀ ਹੈ ਕੁਆਂਟੀਟੀ, ਤੇ ਇਹ ਇਹਦਾ ਹੋ ਗਿਆ ਡਾਇਮੈਂਸ਼ਨਲ ਫਾਰਮੂਲਾ। ਨਾਓ ਸਪੀਡ ਅੱਗੇ ਅਸੀਂ ਡਿਸਕਸ ਕਰਨ ਲੱਗੇ ਹਾਂ। ਇੱਕ ਵਰਡ ਆਏਗਾ ਤੁਹਾਡੇ ਕੋਲ यूनिफॉर्म स्पीड। यूनिफॉर्म स्पीड का मतलब है इफ ए बॉडी कवर्स इक्वल डिस्टेंस इन इक्वल इंटरवल ऑफ टाइम। जेकर इक्वल टाइम दे विच इक्वल डिस्टेंस वो कवर कर दी है, असी बोलांगे एदी जेड़ी स्पीड है यूनीफॉर्म है, एक सार है, ना घटती पई है ना वो वधदी पई है। फॉर एग्जाम्पल मान लो भी फर्स्ट सैकंड दे विच बॉडी ने 2 मीटर कवर किया, फिर नैक्सट सैकंड दे विच 1 सैकंड की गल कर रहे हैं, पहले सैकंड विच उन्हें 2 मीटर कवर किया, नैक्सट सैकंड विच फिर उन्हें 2 मीटर कवर किया, फिर नैक्सट सैकंड विच उन्हें 2 मीटर कवर किया। ਇਹਦਾ मतलब हर इक्वल टाइम बाद ਉਹ ਇਕੁਅਲ ਡਿਸਟੈਂਸ ਕਵਰ ਕਰ ਰਹੀ ਹੈ। ਅਸੀਂ ਬੋਲਾਂਗੇ ਕਿ ਉਹਦੀ ਜਿਹੜੀ ਸਪੀਡ ਹੈ ਉਹ ਸਾਡੀ ਆਏਗੀ ਯੂਨੀਫਾਰਮ ਆਏਗੀ। ਹਾਂਜੀ ਕਲੀਅਰ। ਹੁਣ ਅੱਗੇ ਇੱਕ ਲਾਈਨ ਲਿਖਦੇ ਹਾਂ, ਹਾਊਐਵਰ ਸਮਾਲ ਦਾ ਇੰਟਰਵਲ ਮੇ ਬੀ ਇਫ ਏ ਬਾਡੀ ਕਵਰ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ ਇਨ ਐਨੀ ਡਾਇਰੈਕਸ਼ਨ, ਹਾਊਐਵਰ ਸਮਾਲ ਦਾ ਟਾਈਮ ਇੰਟਰਵਲ ਮੇ ਬੀ, ਉਹ ਟਾਈਮ ਜਿੰਨਾ ਮਰਜ਼ੀ ਘਟਾ ਲਓ। जिमें मैं 1 सैकंड लिया, 1 सैकंड बाद 2, फिर नैक्सट सैकंड बाद 2, फिर नैक्सट सैकंड बाद 2 मीटर, ਜਾਂ ਤੁਸੀਂ ਕਹਿ ਸਕਦੇ ਅੱਧੇ ਸੈਕੰਡ ਵਿੱਚ ਮੰਨ ਲਓ ਉਹਨੇ 1 ਮੀਟਰ, ਫਿਰ ਅੱਧੇ ਸੈਕੰਡ ਚ 1 ਮੀਟਰ, ਨੈਕਸਟ ਹਾਫ ਸੈਕੰਡ ਵਿੱਚ 1 ਮੀਟਰ। ਟਾਈਮ ਜਿੰਨਾ ਮਰਜ਼ੀ ਛੋਟਾ ਕਰ ਲਓ, ਲੇਕਿਨ ਉਹਦਾ ਇੰਟਰਵਲ ਜਿਹੜਾ ਹੈ ਇੰਟਰਵਲ ਰੱਖਣਾ ਸੇਮ ਹੈ, ਉਹ ਟਾਈਮ ਸੇਮ ਰੱਖਣਾ ਹੈ, ਇਕੁਅਲ ਇੰਟਰਵਲ ਹੋਣਾ ਚਾਹੀਦਾ, ਭਾਵੇਂ ਜਿੰਨਾ ਮਰਜ਼ੀ ਛੋਟਾ ਕਰ ਲਓ, 1 ਸੈਕੰਡ ਲੈ ਲਓ, ਹਾਫ ਲੈ ਲਓ, 1/4 ਕਰ ਲਓ, डिस्टेंस इक्वल आना चाहिए। नाउ दिस इज द डेफिनेशन ऑफ यूनिफॉर्म स्पीड। मैं इत्थे लिख नहीं सकता फॉर द टाइम वास्ते, तुसी जड़ा जिस तरह मैं बोली है तुसी उन्नू नोट कर लेना, बाकी मैं जड़ा है तुहानू है अपने जड़े दे रिटन नोट्स है वो तुहानू मैं सेंड कर दांगा। नाउ यूनिफॉर्म स्पीड जड़ी है इस तो क्लियर हो गया। दूसरा एक वर्ड आएगा साडे कोल वेरिएबल स्पीड। ਇਹ यूनिफॉर्म स्पीड है, ਇਹ ਸਾਡੇ ਕੋਲ वेरिएबल है, ਇਹ क्लियर हो गया। जेकर बॉडी इक्वल डिस्टेंस कवर कर रही है बट इन अनइक्वल टाइम, मतलब डिस्टेंस 2 मीटर कवर किया पहला 1 सैकंड च, फिर 2 मीटर कवर किया 3 सैकंड च, फिर 2 मीटर कवर किया 5 सैकंड दे विच। कहने का मतलब डिस्टेंस तो इक्वल है पर टाइम चेंज हो जा रहा है, ਤੇ ਇਹਦਾ ਮਤਲਬ ਸਾਡੀ ਸਪੀਡ ਚੇਂਜ ਹੋਏਗੀ, ਕਿਉਂਕਿ ਸਪੀਡ ਦਾ ਫਾਰਮੂਲਾ ਡਿਸਟੈਂਸ ਓਵਰ ਟਾਈਮ ਹੈ। ਜਦੋਂ ਬਾਡੀ ਇਕੁਅਲ ਡਿਸਟੈਂਸ ਕਵਰ ਕਰੇ ਅਨਇਕੁਅਲ ਟਾਈਮ 'ਚ ਜਾਂ ਅਨਇਕੁਅਲ ਡਿਸਟੈਂਸ ਕਵਰ ਕਰੇ ਇਕੁਅਲ ਟਾਈਮ 'ਚ, ਅਸੀਂ ਬੋਲਦੇ ਹਾਂ ਕਿ ਸਾਡੇ ਕੋਲ ਜਿਹੜੀ ਹੈ ਵੇਰੀਏਬਲ ਸਪੀਡ ਹੈ। ਬਾਡੀ ਦੀ ਸਪੀਡ ਜਿਹੜੀ ਹੈ ਲਗਾਤਾਰ ਚੇਂਜ ਹੋ ਰਹੀ ਹੈ ਤੇ ਡੇਲੀ ਲਾਈਫ ਦੇ ਵਿੱਚ ਇਹੋ ਕੁਝ ਚੱਲਦਾ ਹੈ। ਤੁਸੀਂ ਦੇਖਿਆ ਹੋਣਾ
ਕਈ ਵਾਰੀ ਸਾਨੂੰ ਬ੍ਰੇਕ ਮਾਰਨੀ ਪੈਂਦੀ ਹੈ, ਕਈ ਵਾਰੀ ਰਸ਼ ਨਹੀਂ ਹੈਗਾ ਤੇ ਅਸੀਂ ਆਪਣੀ ਸਪੀਡ ਤੇਜ਼ ਕਰ ਲੈਂਦੇ ਆ। ਸਾਡੀ ਜਿਹੜੀ ਸਪੀਡ ਹੈ ਡੇਲੀ ਲਾਈਫ ਦੇ ਵਿੱਚ ਹਮੇਸ਼ਾ ਵੇਰੀਏਬਲ ਹੁੰਦੀ ਹੈ ਤੇ ਯੂਨੀਫਾਰਮ ਸਪੀਡ ਨੂੰ ਮੇਨਟੇਨ ਕਰਨਾ ਬਹੁਤ ਔਖਾ ਹੈ। ਇਹ ਇੱਕ ਸਟ੍ਰੇਟ ਪਾਥ ਦੇ ਵਿੱਚ ਕੋਈ ਰਸ਼ ਨਹੀਂ ਹੈ, ਉੱਥੇ ਅਸੀਂ ਮੇਨਟੇਨ ਕਰ ਸਕਦੇ ਹਾਂ। ਨਾਓ ਜੇਕਰ ਬਾਡੀ ਵੇਰੀਏਬਲ ਸਪੀਡ ਨਾਲ ਮੂਵ ਕਰ ਰਹੀ ਹੈ, ਕਦੀ ਸਪੀਡ ਵੱਧ ਗਈ ਕਦੀ ਸਪੀਡ ਘਟ ਗਈ, ਦੈਨ ਅਸੀਂ ਕੀ ਕਰਦੇ ਹਾਂ, ਇੱਕ ਨਵੀਂ ਟਰਮ ਜਿਹੜੀ ਹੈ ਅਸੀਂ ਡਿਫਾਈਨ ਕਰਾਂਗੇ, that is your average speed। ਐਵਰੇਜ ਸਪੀਡ ਉਦੋਂ ਨਿਕਾਲੀ ਜਾਂਦੀ ਹੈ ਜਦੋਂ ਬਾਡੀ ਜਿਹੜੀ ਹੈ ਵੇਰੀਏਬਲ ਸਪੀਡ ਦੇ ਨਾਲ ਮੂਵ ਕਰਦੀ ਹੈ, ਉਸ ਤੋਂ ਬਾਅਦ ਜਿਹੜੀ ਹੈ ਉਹਦੀ ਐਵਰੇਜ ਨਿਕਾਲਦੇ ਹਾਂ। ਜਿਸ ਤਰ੍ਹਾਂ ਅਸੀਂ ਐਰਰ ਵਾਲੇ ਚੈਪਟਰ 'ਚ ਪੜਿਆ ਸੀ ਕਿ ਜੇ ਰੀਡਿੰਗ ਅਸੀਂ ਚੇਂਜ ਹੋਈ ਜਾ ਰਹੀ ਹੈ ਫਿਰ ਅਸੀਂ ਐਵਰੇਜ ਨਿਕਾਲਦੇ ਹਾਂ, ਉਹ ਇੱਕ ਕਨਸਟੈਂਟ ਵੈਲਿਊ ਆਉਂਦੀ ਹੈ। Now average speed is the that value of constant speed। ਇਹ ਇੱਕ ਕਿਸਮ ਦੀ ਸਾਡੀ constant speed ਹੈ ਜਿਹਦੇ ਨਾਲ total distance cover ਹੋਏਗਾ in the given time। ਜਿੰਨਾ ਵੀ ਸਾਡਾ distance cover ਹੋਇਆ ਭਾਵੇਂ ਵੱਧ ਘੱਟ ਸਪੀਡ ਦੇ ਨਾਲ ਹੋਇਆ, ਹੁਣ ਜੇ ਅਸੀਂ ਉਹ ਸਾਰੀ ਸਪੀਡ ਦੀ ਐਵਰੇਜ ਨਿਕਾਲਦੇ ਹਾਂ ਦੈਨ ਐਵਰੇਜ ਸਪੀਡ ਸਾਡੀ ਇੱਕ ਕਨਸਟੈਂਟ ਸਪੀਡ ਆਂਦੀ ਹੈ ਤੇ ਇਹਨੂੰ ਨਿਕਾਲਣ ਵਾਸਤੇ ਸਾਡਾ ਜਿਹੜਾ ਮੇਨ ਫਾਰਮੂਲਾ ਹੈ ਐਵਰੇਜ ਸਪੀਡ ਪੈਰ ਤੇ ਅਸੀਂ a ਵੀ ਪਾ ਦਿੰਦੇ ਆ। ਇਹਦਾ ਫਾਰਮੂਲਾ ਕੀ ਹੁੰਦਾ ਹੈ ਕਿ ਸਾਡੇ ਕੋਲ ਟੋਟਲ ਡਿਸਟੈਂਸ ਕਵਰਡ ਡਿਵਾਈਡਡ ਬਾਈ ਟੋਟਲ ਟਾਈਮ ਟੇਕਨ। ਜਿੰਨਾ ਸਾਨੂੰ ਟਾਈਮ ਲੱਗਾ ਟੋਟਲ ਉਹਦੇ ਨਾਲ ਅਸੀਂ ਡਿਵਾਈਡ ਕਰ ਦੇਣਾ। ਟੋਟਲ ਡਿਸਟੈਂਸ ਦੇਖਣਾ ਕਿੰਨਾ ਕਵਰ ਹੋਇਆ, ਅਸੀਂ ਆ ਨਹੀਂ ਦੇਖਣਾ ਕਿ ਕਿੰਨਾ ਡਿਸਟੈਂਸ ਕਿਹਦੇ ਨਾਲ ਕਵਰ ਹੋਇਆ, ਅਸੀਂ ਸਿੱਧਾ ਟੋਟਲ ਡਿਸਟੈਂਸ ਫਾਈਂਡ ਆਊਟ ਕਰਾਂਗੇ। ਉਸ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ, ਮੈਂ ਅੱਗੇ ਕੇਸ ਡਿਸਕਸ ਕਰ ਲਾਂਗਾ ਤੇ ਥੱਲੇ ਟੋਟਲ ਟਾਈਮ ਟੇਕਨ ਦੇ ਨਾਲ ਅਸੀਂ ਜਿਹੜਾ ਇਹਨੂੰ ਡਿਵਾਈਡ ਕਰ ਦਾਂਗੇ। ਫਿਰ ਸਾਡੇ ਕੋਲ ਜਿਹੜੀ ਆਏਗੀ ਐਵਰੇਜ ਸਾਡੀ ਜਿਹੜੀ ਹੈ ਉਹ ਸਪੀਡ ਹੋਏਗੀ। ਨਾਓ ਐਵਰੇਜ ਸਪੀਡ ਨਿਕਾਲਣ ਵਾਸਤੇ ਸਾਡੇ ਕੋਲ ਜਿਹੜੇ ਹੈ ਟੂ ਸਿਚੁਏਸ਼ਨਸ ਹੈਗੀਆਂ ਨੇ ਜਿਹਦੇ ਅਕੋਰਡਿੰਗ ਸਾਡਾ ਜਿਹੜਾ ਹੈ ਐਵਰੇਜ ਸਪੀਡ ਦਾ ਫਾਰਮੂਲਾ ਜਿਹੜਾ ਸਾਡੇ ਕੋਲੋਂ ਬਣੇਗਾ। ਨੰਬਰ 1 ਜਿਹੜੀ ਸਾਡੀ ਸਿਚੁਏਸ਼ਨ ਹੈ, ਮੰਨ ਲਓ ਕਿ ਸਾਡੇ ਕੋਲ ਬਾਡੀ ਜਿਹੜੀ ਹੈ ਸਟ੍ਰੇਟ ਪਾਥ ਦੇ ਵਿੱਚ ਮੂਵ ਕਰ ਰਹੀ ਹੈ। ਇਥੋਂ ਸਟਾਰਟ ਹੋਈ ਸਪੋਜ਼, ਪਹਿਲਾ ਉਹਨੇ ਆ ਡਿਸਟੈਂਸ ਕਵਰ ਕੀਤਾ S1, ਕਿੰਨੀ ਸਪੀਡ ਨਾਲ ਕਵਰ ਕੀਤਾ V1। ਨੈਕਸਟ ਜਿਹੜਾ ਡਿਸਟੈਂਸ ਹੈ ਸਾਡੇ ਕੋਲ S2, ਉਹ ਕਿੰਨੀ ਸਪੀਡ ਨਾਲ ਕਵਰ ਕੀਤਾ V2। ਸਿਮਿਲਰਲੀ ਨੈਕਸਟ ਡਿਸਟੈਂਸ ਹੈ ਮੰਨ ਲਓ ਕੋਈ S3, ਉਹਨੇ ਕਵਰ ਕੀਤਾ V3 ਐਂਡ ਸੋ ਔਨ ਸਾਡੇ ਕੋਲ S4 V4। ਕਹਿਣ ਦਾ ਮਤਲਬ ਡਿਫਰੈਂਟ ਡਿਸਟੈਂਸ ਜਿਹੜੇ ਨੇ ਕਵਰ ਕਰ ਰਹੀ ਹੈ ਵਿਦ ਡਿਫਰੈਂਟ ਸਪੀਡ। ਡਿਫਰੈਂਟ ਸਪੀਡ ਦੇ ਨਾਲ ਜਿਹੜਾ ਹੈ ਉਹ ਡਿਫਰੈਂਟ ਜਿਹੜਾ ਹੈ ਉਹ ਡਿਸਟੈਂਸ ਕਵਰ ਕਰ ਰਹੀ ਹੈ। ਨਾਓ ਹਾਊ ਟੂ ਕੈਲਕੂਲੇਟ ਐਵਰੇਜ ਸਪੀਡ। ਐਵਰੇਜ ਸਪੀਡ ਕਿਵੇਂ ਨਿਕਾਲਾਂਗੇ? ਐਵਰੇਜ ਸਪੀਡ ਦਾ ਜਿਹੜਾ ਸਾਡਾ ਫਾਰਮੂਲਾ ਸੀ ਅਸੀਂ ਲਿਖਿਆ ਸੀ ਐਵਰੇਜ ਸਪੀਡ ਇਜ਼ ਇਕੁਅਲ ਟੂ ਟੋਟਲ ਡਿਸਟੈਂਸ ਡਿਵਾਈਡਡ ਬਾय ਸਾਡੇ ਕੋਲ ਕੀ ਆਏਗਾ ਟੋਟਲ ਟਾਈਮ ਟੇਕਨ। ਨਾਓ ਪਲੀਜ਼ ਟੈਲ what is the total distance। total distance ਕਿੰਨਾ ਆਏਗਾ? ਸਾਡੇ ਕੋਲ ਆ ਜਾਏਗਾ S1 plus S2 plus S3 plus S4। ਇਹ ਅੱਗੇ ਤੁਰਿਆ ਜਾ ਰਿਹਾ ਹੈ, ਕੋਈ ਐਂਡ ਨਹੀਂ। ਮੰਨ ਲਓ ਸਾਡੇ ਕੋਲ ਟੋਟਲ ਡਿਸਟੈਂਸ ਆਏਗਾ S1 plus S2 plus S3 plus so on। ਇਹ ਸਾਡੇ ਕੋਲ ਆ ਗਿਆ ਟੋਟਲ ਡਿਸਟੈਂਸ। ਨਾਓ ਨੀਚੇ ਹੈਗਾ ਸਾਡੇ ਕੋਲ ਟੋਟਲ ਟਾਈਮ, ਇਹਦੇ ਨੀਚੇ ਅਸੀਂ ਟਾਈਮ ਲਗਾਵਾਂਗੇ। ਹੁਣ ਮੈਂ ਡਾਇਗਰਾਮ ਸਮਝ ਲਓ, ਬਾਅਦ ਚ ਮੈਂ ਡਾਇਗਰਾਮ ਨੂੰ ਜਿਹੜਾ ਰੱਬ ਕਰ ਦੇਣਾ। ਨਾਓ S1 ਡਿਸਟੈਂਸ ਨੂੰ ਕਵਰ ਕਰਨ ਦੇ ਵਿੱਚ ਕਿੰਨਾ ਟਾਈਮ ਲੱਗਾ? S1 ਡਿਸਟੈਂਸ ਨੂੰ ਕਵਰ ਕਰਨ ਵਿੱਚ ਕਿੰਨਾ ਟਾਈਮ ਲੱਗਾ? ਟਾਈਮ ਦਾ ਫਾਰਮੂਲਾ ਜਿਹੜਾ ਹੁੰਦਾ ਹੈ ਸਾਨੂੰ ਪਤਾ ਹੈ ਕਿ ਡਿਸਟੈਂਸ ਡਿਵਾਈਡਡ ਬਾय ਸਪੀਡ। ਡਿਸਟੈਂਸ ਡਿਵਾਈਡਡ ਬਾय ਸਪੀਡ।
ਬਾਈ ਚਾਂਸ ਜਿਹੜਾ ਹੈ ਇੱਥੇ ਮੇਰੇ ਮੂੰਹੋਂ ਵੈਲੋਸਿਟੀ ਨਿਕਲ ਜਾਏ, ਇਹ ਹੈਗਾ ਕੀ ਹੈ ਸਾਡੇ ਕੋਲ ਸਪੀਡ। ਨਾਓ ਟਾਈਮ ਜਿਹੜਾ ਹੈ ਡਿਸਟੈਂਸ ਓਵਰ ਸਪੀਡ, ਇਹਦਾ ਮਤਲਬ ਇਹਨੂੰ ਕਵਰ ਕਰਨ ਦਾ ਜਿਹੜਾ ਟਾਈਮ ਲੱਗਾ ਇਹਨੂੰ t1 ਕਹਿ ਦਿੱਤਾ। ਡਿਸਟੈਂਸ ਕਿੰਨਾ ਹੈ s1 ਤੇ ਸਪੀਡ ਕਿੰਨੀ ਹੈ ਸਾਡੇ ਕੋਲ v1। ਇਹਦਾ ਮਤਲਬ ਇਹਨੂੰ ਕਵਰ ਕਰਨ ਦਾ ਟਾਈਮ s1 ਓਵਰ v1, ਇਹਨੂੰ ਕਵਰ ਕਰਨ ਦਾ ਟਾਈਮ ਕਿੰਨਾ ਲੱਗੇਗਾ s2 ਓਵਰ v2, ਸਿਮਿਲਰਲੀ s3 ਓਵਰ v3। ਇਹ ਸਾਡੇ ਕੋਲ ਜਿਹੜੇ ਬਣ ਜਾਣਗੇ ਟਾਈਮ। ਇਹਦਾ ਮਤਲਬ ਟੋਟਲ ਟਾਈਮ ਕਿੰਨਾ ਆਏਗਾ, ਇਹਦੇ ਥੱਲੇ ਹੁਣ ਅਸੀਂ ਟੋਟਲ ਟਾਈਮ ਦੀ ਵੈਲਿਊ ਭਰ ਦਾਂਗੇ। ਨਾਓ ਡੈਟ ਵਿਲ ਬੀ s1 ਓਵਰ v1 ਅਗੇਨ s2 ਓਵਰ v2 plus so on. Now this is the formula to calculate, ਹਾਂਜੀ ਕੀ ਕੈਲਕੂਲੇਟ ਕਰਨਾ ਹੈ ਐਵਰੇਜ ਸਪੀਡ। ਲੇਕਿਨ ਕਦੋਂ, ਜਦੋਂ ਸਾਨੂੰ ਵੱਖਰੇ ਵੱਖਰੇ ਡਿਸਟੈਂਸ ਦਿੱਤੇ ਹੋਣ, ਜਿਹੜੇ ਕਵਰ ਕੀਤੇ ਗਏ ਵੱਖਰੀ ਵੱਖਰੀ ਵੈਲੋਸਿਟੀ ਦੇ ਨਾਲ। ਟਾਈਮ ਬਾਰੇ ਗੱਲ ਨਹੀਂ ਕੀਤੀ, ਉਹ ਟਾਈਮ ਤੁਸੀਂ ਆਪ ਨਿਕਾਲਣਾ ਹੈ। ਨਾਓ ਇਹਦਾ ਇੱਕ ਸਪੈਸ਼ਲ ਕੇਸ ਹੈ, ਇਹਨੂੰ ਜਰਾ ਧਿਆਨ ਨਾਲ ਕਰਨਾ ਹੈ। ਮੰਨ ਲਓ ਕਿ ਸਾਡੇ ਕੋਲ ਇਥੋਂ ਬਾਡੀ ਗਈ ਇਸ ਪੁਆਇੰਟ ਤੱਕ, ਸਿਰਫ ਦੋ ਹੀ ਪਾਰਟਸ ਨੇ। ਮੰਨ ਲਓ ਆ ਵੀ S ਹੈ ਤੇ ਆ ਵੀ ਜਿਹੜਾ S ਹੈ। ਕਹਿਣ ਦਾ ਮਤਲਬ ਬਾਡੀ ਨੇ S ਡਿਸਟੈਂਸ ਕਵਰ ਕੀਤਾ v1 ਨਾਲ, ਨੈਕਸਟ x ਇਕੁਅਲ ਡਿਸਟੈਂਸ ਕਵਰ ਕੀਤਾ ਵਿਦ ਡਿਫਰੈਂਟ ਸਪੀਡ v2 ਦੇ ਨਾਲ। ਮਤਲਬ ਡਿਸਟੈਂਸ ਇਕੁਅਲ ਕਵਰ ਕੀਤੇ ਬਟ ਉਹਨਾਂ ਦੀ ਜਿਹੜੀ ਸਪੀਡ ਹੈ ਉਹ ਡਿਫਰੈਂਟ ਹੈ। ਇਹਦਾ ਮਤਲਬ ਇਸ ਫਾਰਮੂਲੇ ਵਿੱਚ ਸਿਰਫ ਦੋ ਹੀ ਲਵਾਂਗੇ, ਇੱਥੇ s ਪੁੱਟ ਕਰ ਦਾਂਗੇ, ਇੱਥੇ ਵੀ s ਪੁੱਟ ਕਰ ਦਾਂਗੇ, ਇੱਥੇ ਵੀ s ਆ ਜਾਏਗਾ। ਨਾਓ ਵੀ ਗੈਟ ਦਾ ਫਾਰਮੂਲਾ ਸਾਡੇ ਕੋਲ ਕੀ ਬਣੇਗਾ, ਐਵਰੇਜ ਜਿਹੜੀ ਸਪੀਡ ਹੈ ਉਹਦਾ ਫਾਰਮੂਲਾ ਬਣ ਜਾਏਗਾ s ਪਲੱਸ s ਡਿਵਾਈਡਡ ਬਾय ਸਾਡੇ ਕੋਲ ਆ ਜਾਏਗਾ s ਓਵਰ v1 ਪਲੱਸ s ਓਵਰ v2। ਇਹਦੇ ਵਿੱਚ ਅਸੀਂ ਪੁੱਟ ਕਰ ਦਿੱਤੀ ਵੈਲਿਊ, ਸਿਰਫ ਦੋ ਹੀ ਇੰਟਰਵਲ ਵਾਸਤੇ ਹੈ। ਉੱਪਰ ਬਣ ਜਾਏਗਾ 2s ਡਿਵਾਈਡਡ ਬਾय s ਕਾਮਨ ਆ ਗਿਆ 1 ਓਵਰ v1 ਪਲੱਸ 1 ਓਵਰ v2। ਨਾਓ s ਨਾਲ s ਕੈਂਸਲ ਤੇ ਉੱਪਰ ਰਹਿ ਗਿਆ 2 ਡਿਵਾਈਡਡ ਬਾय ਨੀਚੇ ਸਾਡਾ ਜਿਹੜਾ ਹੈ ਡਿਨੋਮੀਨੇਟਰ ਜਿਹੜਾ ਹੈ ਐਲਸੀਐਮ ਕਿੰਨਾ ਆਏਗਾ v1 v2, ਉੱਪਰ ਆ ਜਾਏਗਾ v1 ਪਲੱਸ v2। ਇਹਨੂੰ ਹੱਲ ਕਰ ਲਿਆ, ਇਹ ਉੱਪਰ ਚਲੀ ਜਾਏਗੀ ਵੈਲਿਊ 2 v1 v2 over v1 plus v2. This is the formula to calculate average velocity. ਇਹ average velocity ਦਾ formula ਤਾਂ ਲਗਾਉਣਾ ਹੈ ਜੇਕਰ total distance ਨੂੰ ਦੋ ਹਿੱਸੇ 'ਚ ਵੰਡਣਾ ਹੈ, ਦੋਨੋਂ ਹਿੱਸੇ ਬਰਾਬਰ ਦੇ ਹੋਣੇ ਚਾਹੀਦੇ ਨੇ, ਪਹਿਲਾ s ਦੂਜਾ ਵੀ s, ਤੇ velocity ਜਿਹੜੀ ਹੈ ਉਹ ਡਿਫਰੈਂਟ ਹੋਣੀ ਚਾਹੀਦੀ ਹੈ। ਇਸ ਨੂੰ ਅਸੀਂ ਬੋਲਦੇ ਹਾਂ ਹਾਰਮੋਨਿਕ ਮੀਨ। ਇਹਦਾ ਮਤਲਬ ਐਵਰੇਜ ਜਿਹੜਾ ਵੈਲੋਸਿਟੀ ਹੈ ਇਟ ਇਜ਼ ਦਾ ਹਾਰਮੋਨਿਕ ਮੀਨ ਆਫ ਹਾਰਮੋਨਿਕ ਮੀਨ ਆਫ ਸਪੀਡ। ਐਵਰੇਜ ਜਿਹੜੀ ਸਪੀਡ ਹੈ ਇਟ ਇਜ਼ ਦਾ ਹਾਰਮੋਨਿਕ ਮੀਨ ਆਫ ਦਾ ਟੂ ਸਪੀਡਸ, ਇਹਦੇ ਇਕੁਅਲ ਆ ਜਾਏਗਾ। ਨਾਓ ਇਸ ਤੋਂ ਬਾਅਦ ਸਾਡੇ ਕੋਲ ਇੱਕ ਸੈਕੰਡ ਸਿਚੁਏਸ਼ਨ ਹੈ ਜਿਹਦੇ ਵਿੱਚ ਸਾਡੇ ਕੋਲ ਜਿਹੜਾ ਹੈ ਡਿਸਟੈਂਸ ਬਾਰੇ ਗੱਲ ਨਹੀਂ ਹੋਏਗੀ। ਸਾਨੂੰ ਜਿਹੜਾ ਹੈ ਗਿਵਨ ਕੀ ਹੋਏਗਾ, ਇੱਥੋਂ ਲੈ ਕੇ ਇੱਥੋਂ ਤੱਕ ਗਏ ਵੈਲੋਸਿਟੀ v1 ਦੇ ਨਾਲ ਤੇ ਟਾਈਮ ਲੱਗਾ ਸਾਡੇ ਕੋਲ t1। ਵੈਲੋਸਿਟੀ ਗਿਵਨ ਹੈ ਤੇ ਟਾਈਮ ਗਿਵਨ ਹੈ। ਇਹਨਾਂ ਹਿੱਸਾ ਤੋਂ ਅਗਲਾ ਜਿਹੜਾ ਹਿੱਸਾ ਹੈ ਵੈਲੋਸਿਟੀ v ਨਾਲ ਕਵਰ ਹੋਇਆ, ਟਾਈਮ t2 ਹੈ, ਡਿਸਟੈਂਸ ਨਹੀਂ ਗਿਵਨ ਹੈ, ਸਾਨੂੰ ਵੈਲੋਸਿਟੀ ਤੇ ਟਾਈਮ ਗਿਵਨ ਹੋ ਗਿਆ। ਉਦੋਂ ਅਸੀਂ ਜਿਹੜਾ ਹੈ ਐਵਰੇਜ ਸਪੀਡ ਕਿਸ ਤਰ੍ਹਾਂ ਨਿਕਾਲਾਂਗੇ। ਨਾਓ ਐਵਰੇਜ ਸਪੀਡ ਦਾ ਜਿਹੜਾ ਹੈ ਫਾਰਮੂਲਾ ਸਾਨੂੰ ਕੀ ਪਤਾ ਹੈ, ਉੱਪਰ ਆਏਗਾ ਟੋਟਲ ਡਿਸਟੈਂਸ ਡਿਵਾਈਡਡ ਬਾय ਸਾਡੇ ਕੋਲ ਆਏਗਾ ਟੋਟਲ ਟਾਈਮ। ਟੋਟਲ ਡਿਸਟੈਂਸ ਨੂੰ ਅਸੀਂ ਜਿਹੜਾ ਹੈ ਟੋਟਲ ਟਾਈਮ ਦੇ ਨਾਲ ਅਸੀਂ ਇਹਨੂੰ ਡਿਵਾਈਡ ਕਰਾਂਗੇ। ਨਾਓ ਟੋਟਲ ਡਿਸਟੈਂਸ ਕਿੰਨਾ ਹੈ, ਡਿਸਟੈਂਸ ਦਾ ਫਾਰਮੂਲਾ ਸਾਨੂੰ ਸਭ ਨੂੰ ਪਤਾ ਹੈ। ਡਿਸਟੈਂਸ ਨਿਕਾਲਣ ਵਾਸਤੇ ਅਸੀਂ ਕੀ ਕਰਦੇ ਹਾਂ, ਸਪੀਡ ਨੂੰ ਮਲਟੀਪਲਾਈ ਕਰ ਦਿੰਦੇ ਆ ਟਾਈਮ ਦੇ ਨਾਲ। ਡਿਸਟੈਂਸ ਦਾ ਫਾਰਮੂਲਾ ਸਪੀਡ ਇਨਟੂ ਟਾਈਮ। ਇਹਦਾ ਮਤਲਬ ਆਹ ਡਿਸਟੈਂਸ ਕਿੰਨਾ ਹੋਇਆ v1 ਮਲਟੀਪਲਾਈ ਬਾय t1। ਇਹ ਕਿੰਨਾ ਹੋਏਗਾ v2 t2। ਇਹ ਕਿੰਨਾ ਹੋਏਗਾ, ਇਹ ਇਸ ਤਰ੍ਹਾਂ ਅਸੀਂ ਡਿਸਟੈਂਸ ਸਾਰੇ ਨਿਕਾਲ ਸਕਦੇ ਹਾਂ। ਤੇ ਸਾਡੇ ਕੋਲ ਟੋਟਲ ਡਿਸਟੈਂਸ ਕਿੰਨਾ ਆ ਗਿਆ,
v1 t1 प्लस दूजा डिस्टेंस कितना निकल आएगा v2 t2 प्लस सो ऑन, जिन्ने भी है पार्ट्स होंगे सारे ਨੂੰ ਅਸੀਂ प्लस कर लांगे डिवाइडेड बाय ते टोटल टाइम कितना है वो गिवन है t1 प्लस t2 प्लस t3 प्लस सो ऑन, लास्ट जेड़ा भी होएगा उतो तक तुसी इनू प्लस कर लोगे। नाउ दिस इज द फॉर्मूला टू कैलकुलेट द एवरेज स्पीड व्हेन वेलोसिटी ਜਿਹੜੀ है डिफरेंट वो गिवन है ते टाइम भी सानू ਜਿਹੜਾ है वो गिवन है। मतलब इन्हां फॉर्मूले ਵਿੱਚ ਅਸੀਂ आ सीख रहे हैं कि डिस्टेंस किस तरह निकाला जाएगा। अच्छा मान लो if t1 equal to t2 equal to t, सिर्फ सारे कोल दो ही पार्ट्स ने ਜਿਹਦੇ ਵਿੱਚੋਂ t1 ਤੇ t2 ਜਿਹੜੇ ਨੇ ਇਕੁਅਲ ਹੈ ਤੇ ਦੋਨੋਂ ਕੀ ਦੇ ਇਕੁਅਲ ਹੈ ਸਾਡੇ ਕੋਲ t ਦੇ, ਫਿਰ ਕੀ ਆਏਗੀ ਸਾਡੀ ਐਵਰੇਜ ਵੈਲੋਸਿਟੀ ਜਿਹੜੀ ਹੈ ਇੱਥੇ ਵੀ t ਇੱਥੇ ਵੀ t v1t plus v2t divided by ਸਾਡੇ ਕੋਲ ਆ ਜਾਏਗਾ t plus t and we get ਉੱਪਰੋਂ ਸਾਡੇ ਕੋਲ t ਕਾਮਨ ਆ ਗਿਆ v1 plus v2 divided by 2t, t ਨਾ t ਸਾਡਾ ਕੈਂਸਲ, we get v1 plus v2 over 2। ਇੱਥੇ ਸਾਡੇ ਕੋਲ ਜਿਹੜੀ ਹੈ ਐਵਰੇਜ ਵੈਲੋਸਿਟੀ ਨਿਕਾਲਣ ਦਾ ਜਿਹੜਾ ਫਾਰਮੂਲਾ ਹੈ it will become t1 v1 plus v2 over 2, it is the arithmetic mean। ਇਹ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਮੀਨ ਨਿਕਾਲਦੇ ਆ ਐਵਰੇਜ, ਉਦੋਂ ਤੁਸੀਂ ਇਸ ਤਰੀਕੇ ਦੇ ਨਾਲ ਐਵਰੇਜ ਵੈਲੋਸਿਟੀ ਐਵਰੇਜ ਸਪੀਡ ਜਿਹੜੀ ਹੈ ਉਹ ਨਿਕਾਲ ਸਕਦੇ ਆ। ਨਾਓ ਇਹ ਫਾਰਮੂਲਾ ਤਾਂ ਲਗਾਉਣਾ ਹੈ ਜੇਕਰ ਦੋ ਡਿਫਰੈਂਟ ਸਪੀਡ ਨੇ ਬਟ ਇਹਨਾਂ ਵਾਸਤੇ ਟਾਈਮ ਬਰਾਬਰ ਦਿੱਤਾ ਗਿਆ, मतलब स्पीड ਜਿਹੜੀ ਹੈ ਉਹ ਵੱਖਰੀ ਵੱਖਰੀਆਂ ਲੇਕਿਨ ਬਰਾਬਰ ਦੇ ਟਾਈਮ ਵਾਸਤੇ ਇਹਨੂੰ ਮੇਨਟੇਨ ਕੀਤਾ ਗਿਆ। ਜੇ ਪਹਿਲੀ ਸਪੀਡ v1 ਹੈ 2 ਸੈਕਿੰਡ ਲਈ, ਅਗਲੀ ਸਪੀਡ v2 ਹੈ 2 ਸੈਕਿੰਡ ਲਈ, ਉਦੋਂ ਤੁਸੀਂ ਸਿੱਧੀ ਐਵਰੇਜ ਸਪੀਡ ਨਿਕਾਲਣੀ ਹੋਵੇ ਦੋਨਾਂ ਨੂੰ ਪਲੱਸ ਕਰਕੇ ਓਵਰ 2 ਕਰੋਗੇ। ਅਦਰਵਾਈਜ਼ ਨੂਮੈਰੀਕਲ ਦੇ ਵਿੱਚ ਹਮੇਸ਼ਾ ਹੀ ਧਿਆਨ ਰੱਖਣਾ ਹੈ ਟੋਟਲ ਡਿਸਟੈਂਸ ਨਿਕਾਲ ਕੇ ਟੋਟਲ ਟਾਈਮ ਦੇ ਨਾਲ ਅਸੀਂ ਡਿਵਾਈਡ ਕਰਾਂਗੇ। ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਐਵਰੇਜ ਵੈਲੋਸਿਟੀ ਡਿਸਕਸ ਕਰਨ ਤੋਂ ਬਾਅਦ ਅਸੀਂ ਇਹਦੇ ਨੂਮੈਰੀਕਲ ਨੂੰ ਸਟੱਡੀ ਕਰਾਂਗੇ। ਥੈਂਕ ਯੂ।